ਹੈਲੋ ਸਟੂਡੈਂਟ, ਸਾਡਾ ਕਲਾਸ 11 ਦਾ ਚੈਪਟਰ ਚੱਲਦਾ ਜੀ ਕੈਮੀਕਲ ਬੌਂਡਿੰਗ ਐਂਡ ਮੋਲੀਕੂਲਰ ਸਟਰਕਚਰ। ਇਹਦੇ ਵਿੱਚ ਅਸੀਂ ਇਹਦਾ ਲਾਸਟ ਟੌਪਿਕ ਕਰਦੇ ਪਏ ਹਾਂ ਮੋਲੀਕੂਲਰ ਆਰਬਿਟਲ ਥਿਊਰੀ। ਔਰ ਇਹਦੇ ਵਿੱਚ ਸਾਡੇ ਅੱਜ ਚੈਪਟਰ ਦਾ ਲਾਸਟ ਟੌਪਿਕ ਆ ਹਾਈਡਰੋਜਨ ਬੌਂਡਿੰਗ। ਔਰ ਹਾਈਡਰੋਜਨ ਬੌਂਡਿੰਗ ਤੁਹਾਨੂੰ ਪਤਾ ਲੱਗਦਾ ਪਿਆ ਜਿਹੜਾ ਹਾਈਡਰੋਜਨ ਹੈ ਉਹ ਕਿੱਦਾਂ ਬੌਂਡ ਕਰਦਾ ਵਾ। ਉਹਦੇ ਵਿੱਚ ਇੱਕ ਚੀਜ਼ ਤੁਸੀਂ ਪੱਕੀ ਆਪਦੀ ਕਾਪੀ ਤੇ ਵੀ ਨੋਟ ਕਰ ਲੈਣਾ ਵਾ ਔਰ ਆਪਦੇ ਮਾਈਂਡ ਦੇ ਵਿੱਚ ਵੀ ਪੱਕੀ ਇਹ ਚੀਜ਼ ਸਟੋਰ ਕਰਕੇ ਰੱਖ ਲੈਣਾ। ਜਦੋਂ ਤੁਸੀਂ ਅੱਗੇ ਵੀ ਹਾਇਰ ਸਟੱਡੀ ਕਰੋਗੇ ਤੁਹਾਨੂੰ ਇਹ ਚੀਜ਼ ਤੁਹਾਡੀ ਵਾਰ-ਵਾਰ ਯੂਜ਼ ਹੋਊਗੀ। ਦੇਖੋ ਜੀ, ਇੱਕ ਲਾਈਨ ਲਿਖੀ ਇਹਦੇ ਵਿੱਚ, ਹਾਈਡਰੋਜਨ ਓਨਲੀ ਬੌਂਡਿੰਗ ਵਿਦ FON ਮੀਨ ਫਲੋਰੀਨ ਆਕਸੀਜਨ ਨਾਈਟ੍ਰੋਜਨ। ਜਦੋਂ ਵੀ ਹਾਈਡਰੋਜਨ ਕਿਤੇ ਬੌਂਡਿੰਗ ਕਰੂਗਾ ਨਾ, ਕਿਤੇ ਵੀ ਕਿਸੇ ਵੀ ਜਗ੍ਹਾ ਤੇ ਹਾਈਡਰੋਜਨ ਬੌਂਡਿੰਗ ਕਰਦਾ ਵਾ, ਉਹ ਹਮੇਸ਼ਾ ਹੀ ਇਲੈਕਟ੍ਰੋਨੈਗੇਟਿਵ ਐਲੀਮੈਂਟ ਦੇ ਨਾਲ ਹੀ ਬੌਂਡਿੰਗ ਕਰਦਾ ਵਾ, ਜਾਂ ਫਿਰ FON ਦੇ ਨਾਲ ਹੀ ਬੌਂਡਿੰਗ ਕਰਦਾ ਵਾ, ਜਾਂ ਫਿਰ ਫਲੋਰੀਨ ਆਕਸੀਜਨ ਔਰ ਨਾਈਟ੍ਰੋਜਨ ਦੇ ਨਾਲ ਹੀ ਬੌਂਡਿੰਗ ਕਰਦਾ ਵਾ। ਮੀਨ ਜਦੋਂ ਵੀ ਹਾਈਡਰੋਜਨ ਬੌਂਡਿੰਗ ਕਰਦਾ ਵਾ ਮੋਸਟਲੀ ਇਲੈਕਟ੍ਰੋਨੈਗੇਟਿਵ ਐਲੀਮੈਂਟ ਦੇ ਨਾਲ ਹੀ ਕਰਦਾ ਵਾ, ਮੋਸਟਲੀ ਇਹ ਵਾਲੇ ਐਲੀਮੈਂਟ ਦੇ ਨਾਲ ਕਰਦਾ ਵਾ, ਫਲੋਰੀਨ ਆਕਸੀਜਨ ਔਰ ਨਾਈਟ੍ਰੋਜਨ। ਤੁਹਾਨੂੰ ਪਤਾ ਜਿਹੜਾ ਆਕਸੀਜਨ ਹੈ, ਆਕਸੀਜਨ ਔਰ ਫਲੋਰੀਨ ਹੈ, ਇਟ ਇਜ਼ ਦਾ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਪ੍ਰੈਜ਼ੈਂਟ ਇਨ ਪੀਰੀਓਡਿਕ ਟੇਬਲ। ਪੀਰੀਓਡਿਕ ਟੇਬਲ ਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਜਿਹੜੇ ਹੁੰਦੇ ਆ ਆਕਸੀਜਨ ਔਰ ਫਲੋਰੀਨ। ਇਹ ਤੁਸੀਂ ਪੀ ਬਲੌਕ ਵੀ ਅੱਗੇ ਜਾ ਕੇ ਪੜੋਗੇ। ਸੋ ਇੱਕ ਚੀਜ਼ ਪੱਕੀ ਆਪਦੇ ਦਿਮਾਗ ਵਿੱਚ ਸਟੋਰ ਕਰ ਲਓ, ਆਪਣੀ ਕਾਪੀ ਤੇ ਪੱਕੀ ਕਰਕੇ ਨੋਟ ਕਰ ਲਓ। ਹਾਇਰ ਸਟੱਡੀ ਦੀ ਤੁਹਾਡੀ ਜ਼ਰੂਰਤ ਪਊਗੀ। ਹਾਈਡਰੋਜਨ ਓਨਲੀ ਬੌਂਡਿੰਗ ਵਿਦ ਫਲੋਰੀਨ ਆਕਸੀਜਨ ਨਾਈਟ੍ਰੋਜਨ, ਜਾਂ FON ਮੀਨਸ ਸਾਰੇ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ। ਹਾਈਡਰੋਜਨ ਜਦੋਂ ਵੀ ਕਿਤੇ ਬੌਂਡਿੰਗ ਕਰਦਾ ਵਾ ਹਮੇਸ਼ਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਦੇ ਨਾਲ ਹੀ ਕਰਦਾ ਵਾ। ਜਦੋਂ ਵੀ ਬੌਂਡਿੰਗ ਕਰਦਾ ਵਾ ਮੋਸਟਲੀ ਇਲੈਕਟ੍ਰੋਨੈਗੇਟਿਵ ਐਲੀਮੈਂਟ ਨਾਲ ਹੀ ਕਰਦਾ ਵਾ। ਜਦੋਂ ਵੀ ਬੌਂਡਿੰਗ ਕਰਦਾ ਵਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਨਾਲ ਕਰਦਾ ਵਾ, ਮੀਨ ਫਲੋਰੀਨ ਨਾਲ ਕਰਦਾ ਵਾ, ਆਕਸੀਜਨ ਨਾਲ ਕਰਦਾ ਵਾ, ਨਾਈਟ੍ਰੋਜਨ ਨਾਲ ਕਰਦਾ। ਕਿਉਂਕਿ ਜਿਹੜਾ ਆਕਸੀਜਨ ਔਰ ਫਲੋਰੀਨ ਹੈ ਇਟ ਇਜ਼ ਦਾ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਪ੍ਰੈਜ਼ੈਂਟ ਇਨ ਪੀਰੀਓਡਿਕ ਟੇਬਲ। ਸੋ ਹਾਈਡਰੋਜਨ ਜਦੋਂ ਵੀ ਬੌਂਡਿੰਗ ਕਰੂਗਾ ਫਲੋਰੀਨ ਨਾਲ ਬੌਂਡਿੰਗ ਕਰੂਗਾ, ਆਕਸੀਜਨ ਨਾਲ ਕਰੂਗਾ, ਨਾਈਟ੍ਰੋਜਨ ਨਾਲ ਕਰੂਗਾ। ਮੀਨ ਹਾਈਡਰੋਜਨ ਜਦੋਂ ਵੀ ਬੌਂਡਿੰਗ ਕਰਦਾ ਵਾ ਹਾਈਡਰੋਜਨ ਆਲਰੇਡੀ ਬੌਂਡਿੰਗ ਵਿਦ ਇਲੈਕਟ੍ਰੋਨੈਗੇਟਿਵ ਐਲੀਮੈਂਟ, ਜਾਂ ਫਿਰ ਹਾਈਡਰੋਜਨ ਆਲਰੇਡੀ ਬੌਂਡਿੰਗ ਵਿਦ ਫਲੋਰੀਨ ਆਕਸੀਜਨ ਐਂਡ ਨਾਈਟ੍ਰੋਜਨ। ਇਸ ਤੋਂ ਇਲਾਵਾ ਕਦੀ ਕਿਸੇ ਨਾਲ ਬੌਂਡਿੰਗ ਨਹੀਂ ਕਰਦਾ। ਸੋ ਉਸ ਤੋਂ ਬਾਅਦ ਦੇਖੋ ਜੀ, ਨੈਕਸਟ ਆਪਾਂ ਗੱਲ ਕਰ ਲੈਂਦੇ ਆ ਟਾਈਪਸ ਆਫ ਹਾਈਡਰੋਜਨ ਬੌਂਡਿੰਗ। ਜਿਹੜੀਆਂ ਹਾਈਡਰੋਜਨ ਬੌਂਡਿੰਗ ਆ ਉਹਦੀਆਂ 2 ਟਾਈਪਸ ਆ। ਫਸਟ ਵਨ ਦੇਖੋ ਜੀ ਇੰਟਰਮੋਲੀਕੂਲਰ ਹਾਈਡਰੋਜਨ ਬੌਂਡ, ਔਰ ਸੈਕੰਡ ਵਨ ਹੈਗੀ ਇੰਟਰਾਮੋਲੀਕੂਲਰ ਹਾਈਡਰੋਜਨ ਬੌਂਡ। ਸੋ ਪਹਿਲਾਂ ਆਪਾਂ ਇੰਟਰਮੋਲੀਕੂਲਰ ਹਾਈਡਰੋਜਨ ਬੌਂਡ ਦੀ ਗੱਲ ਕਰ ਲੈਂਦੇ ਹਾਂ। ਇਹਨੂੰ ਆਪਾਂ ਚੰਗੀ ਤਰ੍ਹਾਂ ਸਟੱਡੀ ਕਰ ਲੈਂਦੇ ਆ। ਇਹਦੇ ਵਿੱਚ ਪਹਿਲਾਂ ਦੀ ਡੈਫੀਨੇਸ਼ਨ ਦੇਖੋ ਜੀ, ਇਟ ਇਜ਼ ਐਨ ਅਟਰੈਕਟਿਵ ਫੋਰਸ ਵਿਚ ਬਾਈਂਡਸ one hydrogen atom of a molecule with the electronegative element ਜਿਹਨੂੰ ਕਹਿ ਸਕਦੇ ਆ ਫਲੋਰੀਨ ਆਕਸੀਜਨ ਨਾਈਟ੍ਰੋਜਨ of another molecules। ਔਰ ਇਹਦੇ ਵਿੱਚ ਵੇਖੋ ਜੀ, ਇਹਦੇ ਵਿੱਚ ਡੈਫੀਨੇਸ਼ਨ 'ਚ ਕੀ ਦੱਸਿਆ ਵਾ ਕਿ ਜਿਹੜਾ ਹਾਈਡਰੋਜਨ ਹੈ ਉਹ ਕਰਦਾ ਵਾ, ਉਹਦੇ ਵਿੱਚ ਇੱਕ ਅਟਰੈਕਟਿਵ ਫੋਰਸ ਹੁੰਦਾ ਵਾ। ਮੀਨਸ ਉਹ ਅਟਰੈਕਟਿਵ ਫੋਰਸ ਮੈਂ ਤੁਹਾਨੂੰ ਦੱਸਦਾ ਕਿੱਦਾਂ ਕ੍ਰੀਏਟ ਹੁੰਦਾ ਵਾ। ਜਿਹੜਾ ਹਾਈਡਰੋਜਨ ਐਟਮ ਹੈ ਉਹ ਜਦੋਂ ਵੀ ਕਿਤੇ ਬੌਂਡਿੰਗ ਕਰਦਾ ਵਾ, ਜਦੋਂ ਵੀ ਕਿਸੇ ਜਗ੍ਹਾ ਤੇ ਬੌਂਡਿੰਗ ਕਰਦਾ ਵਾ, ਉਹ ਹਮੇਸ਼ਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਨਾਲ ਬੌਂਡਿੰਗ ਕਰਦਾ। ਮੀਨ ਫਲੋਰੀਨ ਆਕਸੀਜਨ ਔਰ ਨਾਈਟ੍ਰੋਜਨ ਨਾਲ ਬੌਂਡਿੰਗ ਕਰਦਾ ਵਾ। ਔਰ ਉਹ ਜਿਹੜਾ ਫਲੋਰੀਨ ਆਕਸੀਜਨ ਔਰ ਨਾਈਟ੍ਰੋਜਨ ਹੈ ਉਹ ਅਨਦਰ ਮੋਲੀਕੂਲ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਵਾ। ਮੀਨ ਅਨਦਰ ਮੋਲੀਕੂਲ 'ਚ ਪ੍ਰੈਜ਼ੈਂਟ ਹੁੰਦਾ ਵਾ। ਆਪਾਂ ਇਹਦੀ ਐਗਜ਼ਾਮਪਲ ਲੈ ਲੈਨੇ, ਐਗਜ਼ਾਮਪਲ ਦੇ ਤੌਰ ਤੇ ਮੈਂ ਵਾਟਰ ਲਿਆ ਵਾ। ਸੋ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਕੇ ਵੇਖਦੇ ਹਾਂ। ਦੇਖੋ ਜੀ, ਸਾਡੇ ਕੋਲ ਜਦੋਂ ਪਾਣੀ ਹੁੰਦਾ ਵਾ, ਪਾਣੀ ਦੇ ਵਿੱਚ ਸਿਰਫ ਇੱਕ ਹੀ ਵਾਟਰ ਦਾ ਮੋਲੀਕੂਲ ਨਹੀਂ ਹੁੰਦਾ, ਬਹੁਤ ਸਾਰੇ ਵਾਟਰ ਦੇ ਮੋਲੀਕੂਲ ਹੁੰਦੇ ਆ। ਮੀਨਸ ਬਹੁਤ ਸਾਰੇ ਵਾਟਰ ਦੇ ਮੋਲੀਕੂਲ ਹੁੰਦੇ ਆ। ਆਪਾਂ ਵਾਟਰ ਲਿਆ ਵਾ, ਇੱਥੇ ਆਪਾਂ ਬਣਾ ਲੈਂਦੇ ਆ। ਦੇਖੋ ਜੀ, ਇਹ ਸਾਡਾ ਆਕਸੀਜਨ ਹੈ, ਇਹਦੀ ਕੋਵੈਲੈਂਟ ਬੌਂਡਿੰਗ ਹੁੰਦੀ ਪਈ ਹੈ ਜੀ ਇਹਦੇ ਨਾਲ, ਕਹਿ ਸਕਦੇ ਦੋਨੋਂ ਹਾਈਡਰੋਜਨ ਦੇ ਨਾਲ ਕੋਵੈਲੈਂਟ ਬੌਂਡਿੰਗ ਹੁੰਦੀ ਪਈ ਹੈ। ਵੇਖੋ ਜਿਹੜਾ ਆਕਸੀਜਨ ਹੈ ਇਹ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ ਐਜ਼ ਕੰਪੇਅਰ ਟੂ ਹਾਈਡਰੋਜਨ, ਔਰ ਜਿਹੜਾ ਹਾਈਡਰੋਜਨ ਹੈ ਉਹ ਮੋਸਟ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਹੈ ਐਜ਼ ਕੰਪੇਅਰ ਟੂ ਆਕਸੀਜਨ। ਸੋ ਵੇਖੋ ਜੀ, ਜਦੋਂ ਵੀ ਇਹ ਵਾਲਾ ਜਿੱਦਾਂ ਕਹਿ ਸਕਦੇ ਬੌਂਡ ਕਰਦਾ, ਬੌਂਡਿੰਗ ਹੁੰਦੀ ਇਹਨਾਂ ਦੇ ਵਿੱਚ ਕੀ ਹੈ ਜੀ, ਜਿਹੜੇ ਬੌਂਡ ਹੈ ਇੱਕ ਦੂਜੇ ਨੂੰ ਰਿਪੈਲ ਕਰਦੇ ਆ। ਇਹਦੇ ਵਿੱਚ ਸਾਰੀਆਂ ਪਹਿਲਾਂ ਪੜਾ ਚੁੱਕਾ ਵਾ ਕਿ ਜਿਹੜੇ ਬੌਂਡ ਹੈ ਇੱਕ ਦੂਜੇ ਨੂੰ ਰਿਪੈਲ ਕਰਦੇ, ਜਿਹੜੇ ਕੋਈ ਕੋਵੈਲੈਂਟ ਬੌਂਡ ਹੈ ਰਿਪੈਲ ਕਰਦੇ ਆ। ਉਸ ਤੋਂ ਬਾਅਦ ਦੇਖੋ ਜੀ, ਜਿਹੜਾ ਆਕਸੀਜਨ ਹੈ ਉਹ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ, ਲਿਖਿਆ ਵੀ ਹੈ ਇੱਥੇ। ਸੋ ਇਹਦੇ ਉੱਤੇ ਕਿਹੜਾ ਚਾਰਜ ਕ੍ਰੀਏਟ ਹੋ ਜਾਂਦਾ ਜੀ, ਡੈਲਟਾ ਨੈਗੇਟਿਵ ਚਾਰਜ ਕ੍ਰੀਏਟ ਹੋ ਜਾਂਦਾ ਵਾ। ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਹੈ ਇਹਦੇ ਉੱਤੇ ਇਹਦੇ ਕੰਪੈਰੀਜ਼ਨ ਡੈਲਟਾ ਪੋਜ਼ਿਟਿਵ ਚਾਰਜ ਕ੍ਰੀਏਟ ਹੋ ਜਾਂਦਾ ਵਾ। ਇਹਦੇ ਉੱਤੇ ਪੋਜ਼ਿਟਿਵ ਚਾਰਜ ਕ੍ਰੀਏਟ ਹੋ ਜਾਂਦਾ ਵਾ। ਔਰ ਜਿਹੜਾ ਇਹ ਵਾਲਾ ਹਾਈਡਰੋਜਨ ਹੈ ਇੱਥੇ ਵੀ ਡੈਲਟਾ ਪੋਜ਼ਿਟਿਵ ਚਾਰਜ ਜਿਹੜਾ ਕ੍ਰੀਏਟ ਹੋ ਜਾਂਦਾ ਵਾ। ਔਰ ਇਧਰ ਵੀ ਡੈਲਟਾ ਪੋਜ਼ਿਟਿਵ, ਇਧਰ ਵੀ ਡੈਲਟਾ ਪੋਜ਼ਿਟਿਵ, ਇਧਰ ਫਿਰ ਕੀ ਹੋਊਗਾ 2 ਡੈਲਟਾ ਨੈਗੇਟਿਵ ਹੋ ਜਾਊਗਾ। ਸੋ ਵੇਖੋ ਜੀ, ਤੁਹਾਨੂੰ ਪਤਾ ਜਿਹੜਾ ਪੋਜ਼ਿਟਿਵ ਔਰ ਨੈਗੇਟਿਵ ਹੈ ਉਹ ਕੀ ਕਰਦੇ ਆ ਜੀ, ਅਟਰੈਕਟ ਕਰਦੇ ਆ। ਸੋ ਵੇਖੋ ਜੀ, ਇੱਥੇ ਇੱਕ ਸਾਈਡ ਪੋਜ਼ਿਟਿਵ ਹੈ, ਇੱਕ ਸਾਈਡ ਨੈਗੇਟਿਵ ਹੈ, ਇਧਰ ਵੀ ਇੱਕ ਸਾਈਡ ਪੋਜ਼ਿਟਿਵ, ਇੱਕ ਸਾਈਡ ਨੈਗੇਟਿਵ ਹੈ। ਸੋ ਵੇਖੋ ਜਿਹੜਾ ਆਕਸੀਜਨ ਹੈ ਔਰ ਜਿਹੜਾ ਹਾਈਡਰੋਜਨ ਹੈ, ਆਕਸੀਜਨ ਦਾ ਨੈਗੇਟਿਵ ਚਾਰਜ ਹੈ ਔਰ
ਜਿਹੜਾ H ਹੈ ਹਾਈਡਰੋਜਨ ਹੈ ਉਹਦੇ ਪੋਜ਼ਿਟਿਵ ਚਾਰਜ, ਇੱਧਰ ਵੀ ਹਾਈਡਰੋਜਨ ਦੇ ਪੋਜ਼ਿਟਿਵ ਚਾਰਜ ਹੈ ਔਰ ਆਕਸੀਜਨ ਦੇ ਸਲਾਈਟਲੀ ਨੈਗੇਟਿਵ ਚਾਰਜ ਹੈ। ਔਰ ਪੋਜ਼ਿਟਿਵ ਨੈਗੇਟਿਵ ਕੀ ਕਰਨਗੇ ਜੀ, ਅਟਰੈਕਟ ਕਰਨਗੇ। ਸੋ ਆਕਸੀਜਨ ਔਰ ਹਾਈਡਰੋਜਨ ਦੀ ਬੌਂਡਿੰਗ ਹੋ ਜਾਂਦੀ ਹੈ ਔਰ ਇਹਦੀ ਬੌਂਡਿੰਗ ਹੋ ਕੇ ਕੀ ਬਣ ਜਾਂਦਾ, ਸਾਡੇ ਕੋਲ ਵਾਟਰ ਬਣ ਜਾਂਦਾ ਵਾ। ਸੋ ਅਸੀਂ ਇਹ ਗੱਲ ਕਰਦੇ ਹਾਂ ਇੰਟਰਮੋਲੀਕੂਲਰ ਹਾਈਡਰੋਜਨ ਦੀ। ਸਾਡੇ ਕੋਲ ਵੇਖੋ ਜੀ ਘਰੇ ਹੀ ਪਾਣੀ ਵਰਤਦੇ ਆ, ਜਦੋਂ ਪਾਣੀ ਯੂਜ਼ ਕਰਦੇ ਪਾਣੀ ਦੇ ਵਿੱਚ ਵਾਟਰ ਦਾ ਇੱਕ ਮੋਲੀਕੂਲ ਨਹੀਂ ਹੁੰਦਾ, ਉਹਦੇ ਵਿੱਚ ਲੋਟ ਆਫ ਮੋਲੀਕੂਲ ਹੁੰਦੇ, ਬਹੁਤ ਸਾਰੇ ਵਾਟਰ ਦੇ ਮੋਲੀਕੂਲ ਹੁੰਦੇ ਆ। ਸੋ ਵੇਖੋ ਜੀ ਅਸੀਂ ਕਰਾਂਗੇ ਵਾਟਰ ਦਾ ਹੋਰ ਮੋਲੀਕੂਲ ਲੈ ਲੈਂਦੇ, ਮੰਨ ਲਓ ਇੱਥੇ ਮੋਲੀਕੂਲ ਬਣਾ ਲੈਂਦੇ ਆ। ਮੈਂ ਮੰਨ ਲਓ ਇੱਥੇ ਇੱਕ ਆਕਸੀਜਨ ਹੋਰ ਲੈ ਲਿਆ, ਉਹਦੇ ਨਾਲ ਇੱਕ ਹਾਈਡਰੋਜਨ ਇੱਧਰ ਲੈ ਲਿਆ, ਇੱਕ ਇੱਧਰ ਲੈ ਲਿਆ, ਦੋਨਾਂ ਦੇ ਕੋਵੈਲੈਂਟ ਬੌਂਡਿੰਗ ਹੁੰਦੀ ਪਈ ਹੈ। ਉਸ ਤੋਂ ਇਹ ਵਾਲਾ ਜਿਹੜਾ ਆਕਸੀਜਨ ਹੈ ਇਹ ਤੇ ਫਿਰ 2 ਡੈਲਟਾ ਨੈਗੇਟਿਵ ਚਾਰਜ ਹੋਊਗਾ, ਇਹ ਵਾਲਾ ਜਿਹੜਾ ਹਾਈਡਰੋਜਨ ਹੈ ਇਹ ਵਾਲੇ ਹਾਈਡਰੋਜਨ ਤੇ ਡੈਲਟਾ ਨੈਗੇਟਿਵ ਚਾਰਜ ਹੋਊਗਾ, ਇਹ ਤੇ ਸਲਾਈਟਲੀ ਡੈਲਟਾ ਨੈਗੇਟਿਵ ਸੌਰੀ ਡੈਲਟਾ ਪੋਜ਼ਿਟਿਵ ਚਾਰਜ ਹੋਊਗਾ ਔਰ ਇੱਧਰ ਵੀ ਇਹ ਵਾਲੇ ਹਾਈਡਰੋਜਨ ਤੇ ਡੈਲਟਾ ਪੋਜ਼ਿਟਿਵ ਚਾਰਜ ਹੋਊਗਾ। ਸੋ ਆਕਸੀਜਨ ਤੇ ਤੁਹਾਨੂੰ ਪਤਾ ਹੀ ਹੈ 2 ਡੈਲਟਾ ਨੈਗੇਟਿਵ ਚਾਰਜ ਹੋਊਗਾ। ਉਸ ਤੋਂ ਬਾਅਦ ਦੇਖੋ ਜੀ ਹੁਣ ਇਹਨਾਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਕਿੱਦਾਂ ਹੁੰਦੀ ਹੈ। ਦੇਖੋ ਜੀ ਮੈਂ ਘਰੇ ਆਪਾਂ ਘਰ ਦੀ ਗੱਲ ਕਰਦੇ ਆ, ਤੁਸੀਂ ਇੱਕ ਜੱਗ ਪਾਣੀ ਦਾ ਲੈ ਲਿਆ, ਉਹ ਜੱਗ ਦੇ ਵਿੱਚ ਇੱਕ ਵਾਟਰ ਦਾ ਮੋਲੀਕੂਲ ਨਹੀਂ ਹੋਊਗਾ, ਉਹਦੇ ਵਿੱਚ ਲੋਟ ਆਫ ਵਾਟਰ ਦੇ ਮੋਲੀਕੂਲ ਹੋਣਗੇ। ਮੰਨ ਲਓ ਜੱਗ ਵਾਲੇ ਪਾਣੀ ਦੇ ਵਿੱਚ ਅਸੀਂ 2 ਵਾਟਰ ਮੋਲੀਕੂਲ ਦੀ ਗੱਲ ਕਰਦੇ ਪਏ, ਇੱਕ ਵਾਟਰ ਮੋਲੀਕੂਲ ਇਹ ਹੈ, ਇੱਕ ਵਾਟਰ ਮੋਲੀਕੂਲ ਇਹ ਹੈ। ਸੋ ਦੇਖੋ ਜੀ ਇਹ ਵਾਲੀ ਇਹਦੇ ਵਿੱਚ ਕਿਹੜੀ ਬੌਂਡਿੰਗ ਹੁੰਦੀ ਪਈ ਹੈ, ਕੋਵੈਲੈਂਟ ਬੌਂਡਿੰਗ ਹੁੰਦੀ ਹੈ, ਇਹ ਵੀ ਕੋਵੈਲੈਂਟ ਬੌਂਡਿੰਗ ਹੁੰਦੀ ਪਈ ਹੈ। ਬਟ ਹੁਣ ਅਸੀਂ ਗੱਲ ਕਰਦੇ ਪਏ ਹਾਈਡਰੋਜਨ ਬੌਂਡਿੰਗ ਦੀ, ਉਹਦੇ ਵਿੱਚ ਅੱਗੇ ਪੜਦੇ ਪਏ ਇੰਟਰਾਮੋਲੀਕੂਲਰ ਹਾਈਡਰੋਜਨ ਬੌਂਡਿੰਗ। ਉਹ ਇੰਟਰਾਮੋਲੀਕੂਲਰ ਹਾਈਡਰੋਜਨ ਬੌਂਡਿੰਗ ਹੁੰਦੀ ਹੈ ਕਿ ਸਾਡੇ ਕੋਲ ਵਾਟਰ ਦੇ 2 ਮੋਲੀਕੂਲ ਹੈ, ਇੱਕ ਇਹ ਮੋਲੀਕੂਲ ਹੈ, ਇੱਕ ਇਹ ਮੋਲੀਕੂਲ ਹੈ। ਸੋ ਵੇਖੋ ਜੀ ਹੁਣ ਹਾਈਡਰੋਜਨ ਬੌਂਡਿੰਗ ਕਿੱਦਾਂ ਹੋਊਗੀ, ਹਾਈਡਰੋਜਨ ਜਿਹੜਾ ਕਿਹਦੇ ਨਾਲ ਬੌਂਡ ਕਰਦਾ ਵਾ, ਫਲੋਰੀਨ ਨਾਲ ਵੀ ਕਰ ਸਕਦਾ, ਆਕਸੀਜਨ ਨਾਲ ਵੀ ਕਰ ਸਕਦਾ ਵਾ, ਜਾਂ ਫਿਰ ਨਾਈਟ੍ਰੋਜਨ ਨਾਲ ਵੀ ਕਰ ਸਕਦਾ, ਮੀਨ ਇਲੈਕਟ੍ਰੋਨੈਗੇਟਿਵ ਐਲੀਮੈਂਟ ਨਾਲ ਵੀ ਕਰ ਸਕਦਾ ਵਾ, ਬੌਂਡਿੰਗ ਕਰ ਸਕਦਾ ਵਾ। ਸੋ ਇਹ ਵਾਲਾ ਹਾਈਡਰੋਜਨ ਕੀ ਕਰੂਗਾ, ਜਿਹੜਾ ਅਨਦਰ ਮੋਲੀਕੂਲ ਆਫ ਵਾਟਰ ਹੈ, ਜਿਹੜਾ ਅਨਦਰ ਮੋਲੀਕੂਲ ਆਫ ਵਾਟਰ ਹੈ ਉਹਦੇ ਨਾਲ ਕੀ ਕਰੂਗਾ ਜੀ, ਬੌਂਡਿੰਗ ਕਰ ਦੂਗਾ। ਕਿਹੜੀ ਬੌਂਡਿੰਗ ਕਰੂਗਾ, ਹਾਈਡਰੋਜਨ ਬੌਂਡਿੰਗ ਕਰੂਗਾ। ਸੋ ਵੇਖੋ ਜੀ ਇਹਦੀ ਬੌਂਡਿੰਗ ਹੋ ਸਕਦੀ ਹੈ, ਇੱਥੇ ਡੈਲਟਾ ਪੋਜ਼ਿਟਿਵ ਚਾਰਜ ਹੈ, ਇੱਥੇ ਡੈਲਟਾ ਨੈਗੇਟਿਵ ਚਾਰਜ ਹੈ। ਸੋ ਇਹਨਾਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਹੋ ਜੂਗੀ ਔਰ ਜਿਹੜੀ ਹਾਈਡਰੋਜਨ ਬੌਂਡਿੰਗ ਨੂੰ ਇਦਾਂ ਡਿਨੋਟ ਕਰਦੇ ਆ, ਛੋਟੀਆਂ ਛੋਟੀਆਂ ਲਾਈਨ ਲਗਾ ਦਿੰਦੇ ਆ, ਠੀਕ ਹੈ ਜੀ। ਇਹ ਵਾਲੀ ਕੀ ਹੋ ਗਈ ਜੀ, ਇਹ ਵਾਲੀ ਇਹਦੇ ਵਿੱਚ ਹਾਈਡਰੋਜਨ ਬੌਂਡਿੰਗ ਹੋ ਗਈ ਔਰ ਵੇਖੋ ਜੀ ਇਹ ਵਾਟਰ ਦਾ ਅਲੱਗ ਮੋਲੀਕੂਲ ਹੈ, ਵਾਟਰ ਦਾ ਅਲੱਗ ਮੋਲੀਕੂਲ ਹੈ, ਇਹ ਵੀ ਵਾਟਰ ਦਾ ਮੋਲੀਕੂਲ ਹੈ, ਇਹ ਵੀ ਵਾਟਰ ਦਾ ਮੋਲੀਕੂਲ ਹੈ, ਪਰ ਇਹ ਮੋਲੀਕੂਲ ਅਲੱਗ ਹੈ, ਇਹ ਅਲੱਗ ਮੋਲੀਕੂਲ ਹੈ। ਬਟ ਵੇਖੋ ਦੋਨਾਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਹੋ ਗਈ ਔਰ ਇਹ ਵਾਲੀ ਜਿਹੜੀ ਬੌਂਡਿੰਗ ਹੈ ਇਹਨੂੰ ਕੀ ਬੋਲਦੇ ਨੇ, ਕੋਵੈਲੈਂਟ ਬੌਂਡਿੰਗ, ਕੋਵੈਲੈਂਟ ਬੌਂਡਿੰਗ। ਸੋ ਵੇਖੋ ਜੀ ਜਿਹੜੀ ਕੋਵੈਲੈਂਟ ਬੌਂਡਿੰਗ ਹੈ ਇੱਥੇ ਵੀ ਹੁੰਦੀ ਪਈ, ਇੱਥੇ ਵੀ ਹੁੰਦੀ ਪਈ, ਇੱਥੇ ਵੀ ਹੁੰਦੀ ਪਈ, ਇੱਥੇ ਵੀ ਹੁੰਦੀ ਪਈ ਹੈ। ਬਟ ਜਿਹੜੀ ਹਾਈਡਰੋਜਨ ਬੌਂਡਿੰਗ ਹੈ ਉਹ 2 ਅਨਦਰ ਮੋਲੀਕੂਲ ਦੇ ਵਿੱਚ ਹੁੰਦੀ ਪਈ ਹੈ, ਇੱਕ ਵਾਟਰ ਦਾ ਮੋਲੀਕੂਲ ਇਹ ਵਾ ਔਰ ਇੱਕ ਵਾਟਰ ਦਾ ਮੋਲੀਕੂਲ ਇਹ ਹੈ। ਮੀਨ ਦੋਨੋਂ ਸੈਪਰੇਟ ਮੋਲੀਕੂਲ ਆ ਔਰ ਉਹਨਾਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਬਣ ਗਈ। ਕਾਹਦੇ ਕਰਕੇ ਬਣ ਗਈ ਜੀ, ਕਿਉਂਕਿ ਜਿਹੜਾ ਸਾਡਾ ਆਕਸੀਜਨ ਹੈ ਉਹ ਕੀ ਹੈ ਜੀ, ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ, ਉੱਤੇ ਨੈਗੇਟਿਵ ਚਾਰਜ ਹੈ ਔਰ ਜਿਹੜਾ ਹਾਈਡਰੋਜਨ ਉੱਤੇ ਪੋਜ਼ਿਟਿਵ ਚਾਰਜ ਹੈ। ਔਰ ਇਦਾਂ ਕਰਕੇ ਜਿਹੜੇ ਆ ਹਾਈਡਰੋਜਨ ਜਿਹੜਾ ਹਾਈਡਰੋਜਨ ਹੈ ਉਹਦੇ ਮੋਲੀਕੂਲ ਆਕਸੀਜਨ ਨਾਲ ਬਿਲਕੁਲ ਅਟਰੈਕਟ ਹੋ ਜਾਂਦੇ, ਜੁੜ ਜਾਂਦੇ ਆ ਔਰ ਸਾਡੇ ਕੋਲ ਪਾਣੀ ਬਣ ਜਾਂਦਾ, ਲਿਕੁਇਡ ਬਣ ਜਾਂਦਾ ਜਿਹਨੂੰ ਕਹਿ ਸਕਦੇ ਆ। ਔਰ ਪਾਣੀ ਜਿਹੜਾ ਹੀ ਘਰ ਦੇ ਵਿੱਚ ਪੀਂਦੇ ਆ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਉਹ ਵਾਟਰ ਨੂੰ ਹੀ ਬੋਇਲ ਕਰਦੇ ਆ ਨਾ, ਤੁਸੀਂ ਕਿਤੇ ਬੋਇਲ ਕਰਕੇ ਵੇਖੋ ਵਾਟਰ ਨੂੰ, ਵਾਟਰ ਜਿਹੜਾ ਵਾ ਕਦੀ ਉਹਦੇ ਬਬਲ ਬਾਹਰ ਨਹੀਂ ਨਿਕਲਣਗੇ। ਉਹਦੇ ਲਾਗੇ ਇੱਕ ਦੁੱਧ ਰੱਖ ਲਿਓ, 1 ਲੀਟਰ ਦੁੱਧ ਲੈ ਕੇ ਬੋਇਲ ਕਰ ਲਿਓ, ਜਿਹੜਾ ਉਹ ਦੁੱਧ ਆ ਉਹਦੇ ਮੋਲੀਕੂਲ ਇੰਨੇ ਸਟਰੋਂਗ ਨਹੀਂ ਹੁੰਦੇ, ਉਹਦੇ ਵਿੱਚ ਇਹ ਵਾਲਾ ਅਟਰੈਕਟਿਵ ਫੋਰਸ ਨਹੀਂ ਹੁੰਦਾ, ਉਹਦੇ ਵਿੱਚ ਜਿਹੜਾ ਵੈਂਡਰ ਵਾਲ ਅਟਰੈਕਟਿਵ ਫੋਰਸ ਆ ਉਹ ਮਿਨੀਮਮ ਹੁੰਦਾ ਵਾ। ਔਰ ਜਦੋਂ ਤੁਸੀਂ ਦੁੱਧ ਨੂੰ ਬੋਇਲ ਕਰਦੇ ਨਾ, ਉਹਦੇ ਵੇਖੋ ਜਦੋਂ ਦੁੱਧ ਨੂੰ ਬਾਲਾ ਆਉਂਦਾ, ਜਦੋਂ ਬੋਇਲ ਹੁੰਦਾ ਵਾ ਉਹਦੇ ਉਹ ਦੁੱਧ ਜਿਹੜਾ ਵਾ ਉਹ ਭਾਂਡੇ ਚੋਂ ਬਾਹਰ ਨਿਕਲ ਜਾਂਦਾ ਵਾ। ਪਰ ਜਿਹੜਾ ਵਾਟਰ ਆ, ਵਾਟਰ ਨੂੰ ਬੋਇਲ ਕਰਕੇ ਵੇਖਿਓ ਉਹਦੇ ਵਿੱਚ ਜਿਹੜਾ ਵੈਂਡਰ ਵਾਲ ਅਟਰੈਕਟਿਵ ਫੋਰਸ ਹੈ ਮੈਕਸਿਮਮ ਹੁੰਦਾ ਵਾ। ਇਸ ਕਰਕੇ ਕੀ ਹੈ ਜੀ, ਇਹ ਵਾਲੀ ਹਾਈਡਰੋਜਨ ਬੌਂਡਿੰਗ ਹੁੰਦੀ ਹੈ ਔਰ ਕਾਹਦੇ ਕਰਕੇ ਹੁੰਦੀ ਹੈ, ਡੈਲਟਾ ਨੈਗੇਟਿਵ ਔਰ ਡੈਲਟਾ ਪੋਜ਼ਿਟਿਵ ਚਾਰਜ ਦੇ ਕਾਰਨ। ਇਹਦੇ ਕਰਕੇ ਜਿਹੜੀ ਵੈਂਡਰ ਵਾਲ ਅਟਰੈਕਟਿਵ ਫੋਰਸ ਕ੍ਰੀਏਟ ਹੁੰਦੀ ਹੈ, ਹਾਈਡਰੋਜਨ ਬੌਂਡਿੰਗ ਹੁੰਦੀ ਹੈ ਉਹ ਸਟਰੋਂਗ ਹੁੰਦੀ ਹੈ। ਵਾਟਰ ਦੇ ਵਿੱਚ ਹਾਈਡਰੋਜਨ ਬੌਂਡਿੰਗ ਸਟਰੋਂਗ ਹੁੰਦੀ ਹੈ ਡਿਊ ਟੂ ਵੈਂਡਰ ਵਾਲ ਅਟਰੈਕਟਿਵ ਫੋਰਸ ਔਰ ਜਾਂ ਕਹਿ ਸਕਦੇ ਡਿਊ ਟੂ ਅਟਰੈਕਟਿਵ ਫੋਰਸ, ਜਿਹੜੀ ਉਹ ਹਾਈਡਰੋਜਨ ਬੌਂਡਿੰਗ ਸਟਰੋਂਗ ਹੈ। ਇਸ ਕਰਕੇ ਵਾਟਰ ਕਦੋਂ ਜਦੋਂ ਬੋਇਲ ਕਰ ਦੇਗੇ ਪਾਣੀ ਉੱਬਲ ਜਾਊਗਾ, ਵੇਪਰ ਬਣ ਜਾਣਗੇ, ਲੇਕਿਨ ਭਾਂਡੇ ਚੋਂ ਬਾਹਰ ਨਹੀਂ ਨਿਕਲਦਾ। ਪਰ ਜਿਹੜਾ ਮਿਲਕ ਆ ਉਹਦੇ ਵਿੱਚ ਵੈਂਡਰ ਵਾਲ ਅਟਰੈਕਟਿਵ ਫੋਰਸ ਘੱਟ ਹੁੰਦਾ ਵਾ, ਮਿਨੀਮਮ ਹੁੰਦਾ ਵਾ। ਔਰ ਉਹਦੇ ਨਾਲ ਕੀ ਹੋਊਗਾ ਜੀ, ਜਿਹੜਾ ਤੁਹਾਡਾ ਮਿਲਕ ਆ ਅਗਰ ਉਹਨੂੰ ਬੋਇਲ ਕਰਦੇ ਜੇ ਉਹ ਭਾਂਡੇ ਚੋਂ ਬਾਹਰ ਨਿਕਲ ਜਾਂਦਾ ਵਾ। ਵੇਖੋ ਚੈੱਕ ਕਰਕੇ ਵੇਖੋ ਕਿਤੇ, ਉਹ ਇਹੋ ਹੀ ਕਾਰਨ ਹੁੰਦਾ ਵਾ। ਉਹਦੇ ਵਿੱਚ ਜਿਹੜੀ ਹਾਈਡਰੋਜਨ ਬੌਂਡਿੰਗ ਹੈ ਉਹ ਸਟਰੋਂਗ ਨਹੀਂ ਹੁੰਦੀ, ਬਟ ਜਿਹੜਾ ਵਾਟਰ ਆ ਇਹਦੇ ਵਿੱਚ ਹਾਈਡਰੋਜਨ ਬੌਂਡਿੰਗ ਸਟਰੋਂਗ ਹੁੰਦੀ ਹੈ। ਸੋ ਉਸ ਤੋਂ ਬਾਅਦ ਵੇਖੋ ਜੀ ਇੱਕ ਇਹਦੇ ਵਿੱਚ ਹੋਰ ਚੀਜ਼ ਹੈ, ਜਿਹੜਾ ਇਹ ਕੋਵੈਲੈਂਟ ਬੌਂਡ ਬਣਦਾ ਪਿਆ ਵਾ, ਜਿਹੜਾ ਕੋਵੈਲੈਂਟ ਬੌਂਡ ਆ, ਜਿਹੜਾ ਕੋਵੈਲੈਂਟ ਬੌਂਡ ਆ ਇਹ ਕਹਿ ਸਕਦੇ ਆ ਸਟਰੋਂਗ ਬੌਂਡ ਹੁੰਦਾ। ਕੋਵੈਲੈਂਟ ਬੌਂਡ ਜਿਹੜਾ ਸਟਰੋਂਗ ਬੌਂਡ ਹੁੰਦਾ, ਜਿਹੜਾ ਹਾਈਡਰੋਜਨ ਬੌਂਡ ਆ ਇਹ ਇਹਦੇ ਕੰਪੈਰੀਜ਼ਨ ਵੀਕ ਹੁੰਦਾ ਵਾ। ਠੀਕ ਹੈ ਜੀ, ਪਲੀਜ਼ ਇਹਨੂੰ ਚੀਜ਼ ਨੂੰ ਚੇਤਾ ਰੱਖ ਲਿਓ। ਇੱਕ ਤੁਹਾਨੂੰ ਡਿਫਰੈਂਸ ਆ ਸਕਦਾ ਵਾ ਕੋਵੈਲੈਂਟ ਔਰ ਹਾਈਡਰੋਜਨ ਬੌਂਡਿੰਗ ਦੇ ਵਿੱਚ। ਜਿਹੜਾ ਕੋਵੈਲੈਂਟ ਬੌਂਡ ਆ ਉਹ ਸਟਰੋਂਗ ਬੌਂਡ ਹੁੰਦਾ ਵਾ, ਪਰ ਜਿਹੜਾ ਹਾਈਡਰੋਜਨ ਬੌਂਡ ਆ ਇਹਦੇ ਕੰਪੈਰੀਜ਼ਨ, ਕੋਵੈਲੈਂਟ ਬੌਂਡ ਦੇ ਕੰਪੈਰੀਜ਼ਨ ਜਿਹੜਾ ਹਾਈਡਰੋਜਨ ਬੌਂਡ ਆ
ਉਹ ਵੀਕ ਬੌਂਡ ਹੁੰਦਾ, ਥੋੜੀ ਉਹਦੀ ਸਟਰੈਂਥ ਘੱਟ ਹੁੰਦੀ ਹੈ। ਠੀਕ ਹੈ ਜੀ। ਸੋ ਇਹ ਵਾਲਾ ਵੇਖੋ ਜੀ, ਇਹਦੇ ਵਿੱਚ ਅਨਦਰ ਮੋਲੀਕੂਲ ਜਿਹੜੇ ਆ ਕਹਿ ਸਕਦੇ ਕਿ ਵਾਟਰ ਦਾ ਮੋਲੀਕੂਲ, ਇਹ ਵਾਟਰ ਦਾ ਮੋਲੀਕੂਲ, ਦੋਨੋਂ ਮੋਲੀਕੂਲ ਦੇ ਵਿੱਚ ਕੀ ਹੁੰਦੀ ਪਈ ਹੈ ਜੀ, ਦੋਵਾਂ ਦੇ ਵਿੱਚ ਕੀ ਹੁੰਦੀ ਪਈ ਹੈ, ਬੌਂਡਿੰਗ ਹੁੰਦੀ ਪਈ ਹੈ। ਔਰ ਇਹ ਵਾਲੀ ਬੌਂਡਿੰਗ ਨੂੰ ਬੋਲ ਦਿੰਦੇ ਆ ਇੰਟਰਾ ਮੋਲੀਕੂਲਰ ਹਾਈਡਰੋਜਨ ਬੌਂਡਿੰਗ। ਔਰ ਉਸ ਤੋਂ ਬਾਅਦ ਵੇਖੋ ਜੀ, ਇਹਦੇ ਵਿੱਚ ਤੁਹਾਨੂੰ ਮੈਂ ਕੁਐਸਚਨ ਦੱਸਦਾ ਵਾਂ, ਹੋ ਸਕਦਾ ਤੁਸੀਂ ਅਜੇ ਤੁਸੀਂ ਚਲੋ ਪਲੱਸ 2 ਦੇ ਵਿੱਚ ਨਹੀਂ ਹੋਏ, ਇਹਦੇ ਵਿੱਚ ਕੁਐਸਚਨ ਦੱਸਦਾ ਤੁਹਾਨੂੰ, ਇੱਥੇ ਥੱਲੇ ਮੈਂ ਲਿਖ ਦਿੰਦਾ ਵਾਂ ਤੁਹਾਨੂੰ। ਇਦਾਂ ਕਰਕੇ ਨਾ ਇੱਕ ਪੀ ਬਲੌਕ ਦੇ ਵਿੱਚ ਕੁਐਸਚਨ ਆਊਗਾ, ਇੱਕ ਤੁਹਾਡੇ ਕੋਲ ਵਾਟਰ ਮੋਲੀਕੂਲ ਆ ਔਰ ਇੱਕ ਉਹਦੇ ਨਾਲ ਹਾਈਡਰੋਜਨ ਸਲਫਾਈਡ ਹੈ, ਇੱਕ ਵਾਟਰ ਆ ਇੱਕ ਹਾਈਡਰੋਜਨ ਸਲਫਾਈਡ ਆ। ਉਹਦੇ ਨੂੰ ਪੁੱਛਣਗੇ, ਉਹਦੇ ਵਿੱਚ ਪੁੱਛਣਗੇ ਕਿ ਜਿਹੜਾ ਹਾਈਡਰੋਜਨ ਜਿਹੜਾ ਵਾਟਰ ਆ, ਵਾਟਰ ਲਿਕੁਇਡ ਕਿਉਂ ਹੁੰਦਾ, ਵਾਟਰ ਲਿਕੁਇਡ ਫਾਰਮ 'ਚ ਕਿਉਂ ਹੁੰਦਾ, ਪਰ ਜਿਹੜਾ ਹਾਈਡਰੋਜਨ ਸਲਫਾਈਡ ਹੈ ਗੈਸੀਅਸ ਫਾਰਮ 'ਚ ਕਿਉਂ ਨਹੀਂ ਹੁੰਦਾ, ਕਿਉਂ ਹੁੰਦਾ। ਦੇਖੋ ਜਿਹੜਾ ਵਾਟਰ ਤੁਹਾਨੂੰ ਪਤਾ ਜਦੋਂ ਸਾਨੂੰ ਮਿਲਦਾ ਲਿਕੁਇਡ ਫਾਰਮ 'ਚ ਮਿਲਦਾ, ਪਰ ਜਿਹੜਾ ਹਾਈਡਰੋਜਨ ਸਲਫਾਈਡ ਉਹ ਗੈਸ ਕਿਉਂ ਮਿਲਦਾ। ਇਹਦਾ ਆਨਸਰ ਇਹਦੇ ਵਿੱਚ ਹੈ। ਤੁਸੀਂ ਇਹਦਾ ਆਨਸਰ ਪਤਾ ਕੀ ਦੇਣਾ ਤੁਹਾਨੂੰ, ਉਹਨੇ ਭਾਈ ਇੱਥੇ ਵਾਟਰ ਦੀ ਗੱਲ ਕੀਤੀ ਆ, ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਜਿਹੜਾ ਵੈਨ ਡਰ ਵਾਲ ਅਟਰੈਕਟਿਵ ਫੋਰਸ ਹੈ ਮੈਕਸਿਮਮ ਹੁੰਦਾ ਵਾ, ਜ਼ਿਆਦਾ ਹੁੰਦਾ ਵਾ। ਮੀਨ ਪਾਣੀ ਨੂੰ ਜਦੋਂ ਵੀ ਬੋਇਲ ਕਰਦੇ ਆ ਉਹਦੇ ਵਿੱਚ ਜਿਹੜਾ ਵੈਨ ਡਰ ਵਾਲ ਅਟਰੈਕਟਿਵ ਫੋਰਸ ਹੈ ਬਹੁਤ ਜ਼ਿਆਦਾ ਹੁੰਦਾ ਵਾ। ਇਸ ਕਰਕੇ ਜਿਹੜਾ ਵਾਟਰ ਚਾਹੇ ਉਹਨੂੰ ਬੋਇਲ ਵੀ ਕਰਦੇ ਤੇ ਵੇਪਰ ਬਣ ਜਾਂਦੇ ਆ, ਲੇਕਿਨ ਉਹ ਪਾਣੀ ਚੋਂ ਬਾਹਰ ਨਹੀਂ ਆਉਂਦਾ। ਬਟ ਵੇਖੋ ਜੀ ਇਹਦਾ ਆਨਸਰ ਪਤਾ ਤੁਸੀਂ ਕੀ ਦੇਣਾ, ਇਹ ਤੁਹਾਨੂੰ ਪੀ ਬਲੌਕ 'ਚ ਕੁਐਸਚਨ ਆਊਗਾ ਪਲੱਸ 2 ਦੇ ਵਿੱਚ। ਤੁਹਾਨੂੰ ਇਹ ਕਹਿਣਗੇ ਕਿ ਜਿਹੜਾ ਵਾਟਰ ਹੈ ਉਹ ਲਿਕੁਇਡ ਕਿਉਂ ਆ ਔਰ ਜਿਹੜਾ ਹਾਈਡਰੋਜਨ ਸਲਫਾਈਡ ਉਹ ਗੈਸ ਕਿਉਂ ਆ। ਤੁਸੀਂ ਇਹਦਾ ਆਨਸਰ ਦੇਣਾ ਜਿਹੜਾ ਵਾਟਰ ਆ ਉਹਦੇ ਵਿੱਚ ਤੁਸੀਂ ਕਹਿ ਦੇਣਾ ਵਾ ਕਿ ਇਹਦੇ ਵਿੱਚ ਵੈਨ ਡਰ ਵਾਲ ਅਟਰੈਕਟਿਵ ਫੋਰਸ ਆਰ ਸਟਰੋਂਗ। ਇਹਦੇ ਵਿੱਚ ਜਿਹੜਾ ਵੈਨ ਡਰ ਵਾਲ ਅਟਰੈਕਟਿਵ ਫੋਰਸ ਹੈ ਸਟਰੋਂਗ ਹੁੰਦਾ ਵਾ, ਬਟ ਇਹਦੇ ਵਿੱਚ ਜਿਹੜਾ ਵੈਨ ਡਰ ਵਾਲ ਅਟਰੈਕਟਿਵ ਫੋਰਸ ਹੈ ਵੀਕ ਹੁੰਦਾ ਵਾ। ਇਹ ਵਾਲੀ ਸਾਰੀ ਚੀਜ਼ ਇੱਧਰ ਵੀ ਨੋਟ ਕਰ ਲਿਓ ਕਿ ਅਗਰ ਤੁਹਾਨੂੰ ਕੋਈ ਪੁੱਛੋ ਜਦੋਂ ਕੁਐਸਚਨ ਆਊਗਾ ਨਾ ਕਿ ਹਾਈਡਰੋਜਨ ਜਦੋਂ ਵੀ ਸਾਨੂੰ ਵਾਟਰ ਮਿਲਦਾ ਲਿਕੁਇਡ ਮਿਲਦਾ, ਪਰ ਜਦੋਂ ਹਾਈਡਰੋਜਨ ਸਲਫਾਈਡ ਮਿਲਦੀ ਗੈਸ ਮਿਲਦੀ, ਕਿਉਂ ਮਿਲਦੀ ਹੈ। ਤੁਸੀਂ ਇਹਦਾ ਆਨਸਰ ਦੇਣਾ ਵਾ ਕਿ ਵਾਟਰ ਸਾਨੂੰ ਲਿਕੁਇਡ ਤਾਂ ਮਿਲਦਾ ਕਿਉਂਕਿ ਉਹਦੇ ਜਿਹੜਾ ਵੈਨ ਡਰ ਵਾਲ ਅਟਰੈਕਟਿਵ ਫੋਰਸ ਆ ਉਹ ਸਟਰੋਂਗ ਹੁੰਦਾ ਵਾ, ਪਰ ਜਿਹੜਾ ਹਾਈਡਰੋਜਨ ਸਲਫਾਈਡ ਆ ਉਹਦੇ ਮੋਲੀਕੂਲ ਦੇ ਵਿੱਚ ਜਿਹੜਾ ਵੈਨ ਡਰ ਵਾਲ ਅਟਰੈਕਟਿਵ ਫੋਰਸ ਆ ਉਹ ਵੀਕ ਹੁੰਦਾ ਵਾ। ਇਹਦੇ ਵਿੱਚ ਸਟਰੋਂਗ ਅਟਰੈਕਟਿਵ ਫੋਰਸ ਆ, ਇਹਦੇ ਵਿੱਚ ਵੀਕ ਅਟਰੈਕਟਿਵ ਫੋਰਸ ਆ। ਸੋ ਇਹਦਾ ਸਟਰੋਂਗ ਅਟਰੈਕਟਿਵ ਫੋਰਸ ਆ ਜਾਂ ਸਟਰੋਂਗ ਵੈਨ ਡਰ ਵਾਲ ਅਟਰੈਕਟਿਵ ਫੋਰਸ ਆ। ਇਸ ਕਰਕੇ ਵਾਟਰ ਜਦੋਂ ਵੀ ਮਿਲੂਗਾ ਸਾਨੂੰ ਲਿਕੁਇਡ ਮਿਲੂਗਾ, ਪਰ ਜਿਹੜਾ ਹਾਈਡਰੋਜਨ ਸਲਫਾਈਡ ਆ ਇਹਦੇ ਵਿੱਚ ਜਿਹੜਾ ਵੈਨ ਡਰ ਵਾਲ ਆ, ਵੈਨ ਡਰ ਵਾਲ ਅਟਰੈਕਟਿਵ ਫੋਰਸ ਆ ਉਹ ਵੀਕ ਹੁੰਦਾ ਵਾ। ਕਹਿ ਸਕਦੇ ਅਟਰੈਕਟਿਵ ਫੋਰਸ ਵੀਕ ਹੁੰਦਾ ਵਾ, ਇਸ ਕਰਕੇ ਜਿਹੜਾ ਹਾਈਡਰੋਜਨ ਸਲਫਾਈਡ ਆ ਸਾਨੂੰ ਜਦੋਂ ਵੀ ਮਿਲਦਾ ਗੈਸੀਅਸ ਫਾਰਮ 'ਚ ਮਿਲਦਾ ਵਾ। ਸੋ ਇਹੋ ਇਹਦਾ ਆਨਸਰ ਆ। ਇਹਦੇ ਨਾਲ ਇਹ ਚੀਜ਼ ਤੁਹਾਡੀ ਖਤਮ ਹੋ ਜਾਂਦੀ ਆ। ਇੱਧਰ ਆ ਜਾਂਦੇ ਜੀ ਆਪਾਂ, ਇਹਦੇ ਵਿੱਚ ਵੇਖੋ ਜੀ ਸਾਡਾ ਨੈਕਸਟ ਹੈਗਾ ਵਾ, ਨੈਕਸਟ ਹੈਗਾ ਜੀ ਇੰਟਰਾ ਮੋਲੀਕੂਲਰ ਹਾਈਡਰੋਜਨ ਬੌਂਡ। ਇਹ ਤੋਂ ਬਿਲਕੁਲ ਸੈਪਰੇਟ ਹੈ ਜੀ। ਵੇਖੋ ਇਹਦੇ ਵਿੱਚ ਕੀ ਹੈ, ਪਹਿਲਾਂ ਆਪਾਂ ਡੈਫੀਨੇਸ਼ਨ ਪੜ੍ਹ ਲੈਂਦੇ ਆ। ਇਨ ਦਿਸ ਬੌਂਡਿੰਗ ਪ੍ਰੋਸੈਸ ਹਾਈਡਰੋਜਨ ਐਟਮ ਬੌਂਡਿੰਗ ਵਿਦ ਇਲੈਕਟ੍ਰੋਨੈਗੇਟਿਵ ਐਲੀਮੈਂਟਸ। ਕਿਹੜੇ ਕਿਹੜੇ ਇਲੈਕਟ੍ਰੋਨੈਗੇਟਿਵ ਐਲੀਮੈਂਟਸ ਹੈ ਜੀ, ਫਲੋਰੀਨ, ਆਕਸੀਜਨ ਔਰ ਨਾਈਟ੍ਰੋਜਨ। ਉਸ ਤੋਂ ਬਾਅਦ ਆਫ ਸੇਮ ਮੋਲੀਕੂਲਸ। ਇਹਦੇ ਵਿੱਚ ਵੇਖੋ ਜੀ, ਇਹਦੇ ਵਿੱਚ ਮੈਂ ਡਿਫਰੈਂਟ ਅਨਦਰ ਮੋਲੀਕੂਲ ਦੀ ਗੱਲ ਕੀਤੀ ਜਾਂ ਡਿਫਰੈਂਟ ਮੋਲੀਕੂਲ ਦੀ ਗੱਲ ਕੀਤੀ ਸੀ। ਇਹਦੇ ਵਿੱਚ ਸੇਮ ਮੋਲੀਕੂਲ ਦੀ ਗੱਲ ਕਰਾਂਗੇ ਕਿ ਸਾਡੇ ਕੋਲ ਇੱਕ ਮੋਲੀਕੂਲ ਹੋਊਗਾ, ਸਾਡੇ ਕੋਲ ਇੱਕ ਮੋਲੀਕੂਲ ਹੋਊਗਾ, ਉਹਦੇ ਵਿੱਚ ਹੀ ਹਾਈਡਰੋਜਨ ਹੋਊਗਾ, ਉਹਦੇ ਵਿੱਚ ਹੀ ਆਕਸੀਜਨ ਹੋਊਗਾ, ਔਰ ਉਹਨਾਂ ਦੇ ਵਿੱਚ ਕੀ ਹੋ ਜੂਗੀ ਜੀ, ਬੌਂਡਿੰਗ ਹੋ ਜੂਗੀ। ਉਹਨਾਂ ਦੇ ਵਿੱਚ ਕਿਹੜੀ ਬੌਂਡਿੰਗ ਹੋ ਜੂਗਾ, ਹਾਈਡਰੋਜਨ ਬੌਂਡਿੰਗ ਹੋ ਜੂਗੀ ਇੱਕੋ ਮੋਲੀਕੂਲ ਦੇ ਵਿੱਚ ਹੀ। ਇਹਦੇ ਵਿੱਚ ਅਨਦਰ ਮੋਲੀਕੂਲ ਲਿਆ, ਇੱਕ ਹਾਈਡਰੋਜਨ ਵਾਟਰ ਦਾ ਇਹ ਮੋਲੀਕੂਲ ਹੀ, ਇੱਕ ਵਾਟਰ ਦਾ ਇਹ ਮੋਲੀਕੂਲ ਹੀ, ਉਹਨਾਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਹੋਈ। ਬਟ ਇਹਦੇ ਵਿੱਚ ਇੱਕੋ ਹੀ ਮੋਲੀਕੂਲ ਹੋਊਗਾ, ਉਹਦੇ ਵਿੱਚ ਹੀ ਹਾਈਡਰੋਜਨ ਪ੍ਰੈਜ਼ੈਂਟ ਹੋਊਗਾ, ਉਹਦੇ ਵਿੱਚ ਹੀ ਆਕਸੀਜਨ ਪ੍ਰੈਜ਼ੈਂਟ ਹੋਊਗਾ, ਔਰ ਦੋਵਾਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਹੋ ਜੂਗੀ। ਜਾਂ ਕੋਈ ਵੀ ਇਲੈਕਟ੍ਰੋਨੈਗੇਟਿਵ ਪ੍ਰੈਜ਼ੈਂਟ ਹੋਊਗਾ ਇੱਕੋ ਮੋਲੀਕੂਲ ਦੇ ਵਿੱਚ, ਔਰ ਉਹ ਜਿਹੜੇ ਇਲੈਕਟ੍ਰੋਨੈਗੇਟਿਵ ਹੈ ਉਹਨਾਂ ਦੇ ਵਿੱਚ ਹਾਈਡਰੋਜਨ ਦੇ ਨਾਲ ਬੌਂਡਿੰਗ ਹੋ ਜੂਗੀ। ਸੋ ਇਹਦੀ ਐਗਜ਼ਾਮਪਲ ਲਈ ਹੈ ਮੈਂ ਆਰਗੋ ਨਾਈਟ੍ਰੋਫਿਨੋਲ। ਵੇਖੋ ਜੀ ਆਰਗੋ ਨਾਈਟ੍ਰੋਫਿਨੋਲ ਤੁਹਾਡੀ ਸਮਝ ਤੋਂ ਜੇ ਬਾਹਰ ਹੋਊਗਾ ਕਿਉਂਕਿ ਇਹ ਤੁਸੀਂ ਅਜੇ ਆਰਗੈਨਿਕ ਕੈਮਿਸਟਰੀ ਨਹੀਂ ਪੜ੍ਹੀ, ਤੁਸੀਂ ਅਜੇ ਆਰਗੈਨਿਕ ਕੈਮਿਸਟਰੀ ਵਾਲਾ ਚੈਪਟਰ ਨਹੀਂ ਕੀਤਾ। ਸੋ ਇਸ ਕਰਕੇ ਮੈਂ ਜਿਹੜਾ ਆਰਗੋ ਨਾਈਟ੍ਰੋਫਿਨੋਲ ਹੈ ਇਹਨੂੰ ਸਮਝਾਉਣ ਵਾਸਤੇ ਤੁਹਾਡੇ ਕੋਲ ਕੀ ਬਣਾਇਆ ਜੀ, ਇੱਥੇ ਮੈਂ ਇਹਦੇ ਵਿੱਚ ਬੈਂਜ਼ੀਨ ਰਿੰਗ ਬਣਾਇਆ ਵਾ। ਇਹਨੂੰ ਬੋਲਦੇ ਆ ਜੀ ਬੈਂਜ਼ੀਨ ਰਿੰਗ। ਇਹਦੀਆਂ 6 ਸਾਈਡਸ ਹੁੰਦੀਆਂ ਵਾ, ਇਦਾਂ ਕਰਕੇ ਬਣਾਉਣੇ ਇਹਨੂੰ। ਔਰ ਜਿਹੜੀਆਂ 6 ਸਾਈਡ ਆ ਸਾਰੀਆਂ ਜਗ੍ਹਾ ਦੇ ਉੱਤੇ ਕਾਰਬਨ ਪ੍ਰੈਜ਼ੈਂਟ ਹੁੰਦਾ ਵਾ, ਨਾਲ ਹਾਈਡਰੋਜਨ ਪ੍ਰੈਜ਼ੈਂਟ ਹੁੰਦਾ ਵਾ। ਇਹ ਆਰਗੈਨਿਕ ਕੈਮਿਸਟਰੀ ਦਾ ਇੱਕ ਟੌਪਿਕ ਹੈ। ਸੋ ਇਹਦੇ ਵਿੱਚ ਵੇਖੋ ਜੀ ਇਹ ਐਗਜ਼ਾਮਪਲ ਲਈ ਹੈ। ਸੋ ਇਹਦੇ ਵਿੱਚ ਲਿਖਿਆ ਜੀ ਆਰਗੋ। ਆਰਗੋ ਪੋਜੀਸ਼ਨ ਕਿਹੜੀ ਹੁੰਦੀ ਹੈ ਜੀ, ਵੇਖੋ ਇਹਦਾ ਫਸਟ ਕਾਰਨਰ ਇਹ ਆ, ਸੈਕੰਡ ਕਾਰਨਰ ਇਹ ਆ, ਥਰਡ ਕਾਰਨਰ ਇਹ ਆ, ਔਰ ਫੋਰਥ ਕਾਰਨਰ ਇਹ ਆ, ਫਿਫਥ ਇਹ ਆ, ਸਿਕਸਥ ਇਹ ਆ। 6 ਕਾਰਨਰ ਆ, ਔਰ ਸਾਰੇ ਕਾਰਨਰ ਦੇ ਉੱਤੇ ਕਾਰਬਨ ਵੀ ਪ੍ਰੈਜ਼ੈਂਟ ਹੁੰਦਾ, ਹਾਈਡਰੋਜਨ ਸਾਰਿਆਂ ਦੇ ਉੱਤੇ। ਇਦਾਂ ਇੱਥੇ ਵੀ ਕਾਰਬਨ ਇਦਾਂ ਕਰਕੇ ਇਹਨੂੰ ਇਦਾਂ ਵੀ ਲਿਖ ਸਕਦੇ ਆ ਇਹਨੂੰ ਇਦਾਂ ਵੀ ਲਿਖ ਸਕਦੇ ਆ C6H6। ਕਈ ਬੁੱਕ ਦੇ ਵਿੱਚ ਇਦਾਂ ਲਿਖਿਆ ਹੋਊਗਾ ਕਿ ਕਾਰਬਨ ਵੀ 6 ਹੁੰਦੇ ਆ ਔਰ ਹਾਈਡਰੋਜਨ ਵੀ 6 ਹੁੰਦੇ ਆ। ਚਲੋ ਇਹਨੂੰ ਛੱਡੋ, ਤੁਸੀਂ ਅਸੀਂ ਸਭ ਸਿੱਖਣਾ ਕਿ ਆਰਗੋ ਕਿਹੜੀ ਪੋਜੀਸ਼ਨ ਹੈ। ਇਹਦੇ ਵਿੱਚ ਵੇਖੋ ਜੀ ਜਿਹੜੀ 2 ਨੰਬਰ ਵਾਲੀ ਪੋਜੀਸ਼ਨ ਹੈ ਆਰਗੋ ਪੋਜੀਸ਼ਨ ਹੈ। ਇਧਰ 6 ਨੰਬਰ ਵਾਲੀ ਜਿਹੜੀ ਪੋਜੀਸ਼ਨ ਉਹ ਵੀ ਆਰਗੋ ਪੋਜੀਸ਼ਨ ਹੈ। ਉਸ ਤੋਂ ਬਾਅਦ ਇੱਕ ਮੈਟਾ ਪੋਜੀਸ਼ਨ ਹੁੰਦੀ ਹੈ, 3rd ਨੰਬਰ ਵਾਲੀ ਪੋਜੀਸ਼ਨ ਮੈਟਾ ਪੋਜੀਸ਼ਨ ਹੈ, ਉਧਰ 5th ਵਾਲੀ ਵੀ ਮੈਟਾ ਪੋਜੀਸ਼ਨ ਹੈ। ਉਸ ਤੋਂ ਬਾਅਦ
ਜਿਹੜੀ ਪੈਰਾ ਪੋਜੀਸ਼ਨ ਹੈ ਉਹ ਸਿਰਫ 4th ਨੰਬਰ ਤੇ ਹੈ। ਪੈਰਾ ਪੋਜੀਸ਼ਨ ਸਿਰਫ 4th ਨੰਬਰ ਤੇ ਹੈ। ਇਹ ਵਾਲੀ ਜਿਹੜੀ ਬਿਲਕੁਲ ਸਟੇਬਲ ਹੁੰਦੀ ਹੈ ਇਹਨੂੰ ਬੋਲਦੇ ਪੈਰਾ ਪੋਜੀਸ਼ਨ। ਸੋ ਇਹਨੂੰ ਆਪਾਂ ਮਿਟਾ ਦਿੰਦੇ ਹਾਂ। ਹੁਣ ਔਰਥੋ ਨਾਈਟ੍ਰੋਫਿਨੋਲ ਦੀ ਆਪਾਂ ਐਗਜ਼ਾਮਪਲ ਕਰਕੇ ਕਹਿੰਦੇ ਹਾਂ ਉਹਦੇ ਵਿੱਚ ਕੀ ਹੁੰਦਾ ਪਿਆ। ਸੋ ਇਹਨੂੰ ਮਿਟਾ ਦਿੰਦਾ ਬੈਂਜ਼ੀਨ ਰਿੰਗ ਜਿਹੜਾ ਵਾ ਇਹਦੀ ਸਾਨੂੰ ਲੀਡ ਨਹੀਂ ਹੈਗੀ। ਹੁਣ ਸਿਰਫ ਅਸੀਂ ਆਪਦੀ ਐਗਜ਼ਾਮਪਲ ਦੀ ਗੱਲ ਕਰਾਂਗੇ। ਐਗਜ਼ਾਮਪਲ ਦੇ ਵਿੱਚ ਵੇਖੋ ਜੀ, ਪਹਿਲਾਂ ਮੈਂ ਇੱਥੇ ਬੈਂਜ਼ੀਨ ਰਿੰਗ ਬਣਾਉਣਾ ਵਾ ਸਾਫ਼ ਜਿਹਾ ਕਰਕੇ। ਇਹ ਵਾਲਾ ਤੁਹਾਡਾ ਬੈਂਜ਼ੀਨ ਰਿੰਗ ਹੈ ਜੀ, ਜਿਹਦੀਆਂ 6 ਸਾਈਡਸ ਹੁੰਦੀਆਂ ਵਾ। ਥੋੜਾ ਹੋਰ ਖੁੱਲਾ ਕਰਕੇ ਬਣਾ ਲੈਂਦੋ ਜੀ ਇਹਨੂੰ। ਇਹ ਵਾਲਾ ਤੁਹਾਡਾ ਬੈਂਜ਼ੀਨ ਰਿੰਗ ਬਣ ਗਿਆ ਜੀ। ਸੋ ਉਸ ਤੋਂ ਬਾਅਦ ਵੇਖੋ ਜੀ ਇਹਦੇ ਵਿੱਚ ਇਦਾਂ ਕਰਕੇ ਸਰਕਲ ਲਗਾ ਦਈਦਾ ਵਾ। ਉਸ ਤੋਂ ਬਾਅਦ ਵੇਖੋ ਜੀ ਇੱਥੇ ਦੇ ਆਪਾਂ ਗੱਲ ਕੀਤੀ ਆ ਔਰਗੋ ਨਾਈਟ੍ਰੋਫਿਨੋਲ ਦੀ, ਫਿਨੋਲ ਗਰੁੱਪ ਲੱਗਾ ਵਾ। ਸੋ ਫਿਨੋਲ ਗਰੁੱਪ ਕੀ ਹੁੰਦਾ ਜਿਹਦੇ ਨਾਲ OH ਲੱਗਾ ਹੋਵੇ। ਇਹ ਸਾਰਾ ਹੀ ਆਰਗੈਨਿਕ ਕੈਮਿਸਟਰੀ ਪੜਾਂਗੇ। ਇਦਾਂ ਇੱਥੇ ਕਰਕੇ OH ਗਰੁੱਪ ਲੱਗਾ ਵਾ, ਠੀਕ ਹੈ ਜੀ। ਉਸ ਤੋਂ ਬਾਅਦ ਇਹਦੇ ਨਾਲ ਨਾਈਟ੍ਰੋ ਗਰੁੱਪ ਲੱਗਾ ਵਾ, NO2 ਗਰੁੱਪ ਲੱਗਾ ਵਾ। ਦੇਖੋ ਜੀ ਇੱਥੇ N ਲੱਗਾ ਵਾ ਔਰ N ਦੇ ਨਾਲ ਕੀ ਆ ਜੀ ਡਬਲ ਬੌਂਡ ਆਕਸੀਜਨ ਇੱਥੇ ਲੱਗਾ ਵਾ ਔਰ ਇੱਕ ਜਿਹੜਾ ਆਕਸੀਜਨ ਆ ਉਹ ਇਸ ਪੋਜੀਸ਼ਨ ਦੇ ਉੱਤੇ ਆ। ਇੱਕ ਜਿਹੜਾ ਆਕਸੀਜਨ ਆ ਮੈਂ ਤੁਹਾਨੂੰ ਦੱਸ ਹੀ ਦਿੰਦਾ ਜੀ ਇਸ ਪੋਜੀਸ਼ਨ ਦੇ ਉੱਤੇ। ਸੋ ਵੇਖੋ ਜੀ ਇੱਥੇ ਨਾਈਟ੍ਰੋ ਗਰੁੱਪ ਲੱਗਾ, NO2 ਨੂੰ ਨਾਈਟ੍ਰੋ ਗਰੁੱਪ ਬੋਲ ਦਿੰਦੇ ਆ। ਔਰ ਇਹ ਸਾਡਾ ਬਣ ਗਿਆ ਜੀ ਔਰਦੋ ਨਾਈਟ੍ਰੋਫਿਨੋਲ। ਜਿਹੜੀ ਐਗਜ਼ਾਮਪਲ ਲਈ ਆ ਇਹਨੂੰ ਬੋਲਦੇ ਸਾਰੇ ਮੋਲੀਕਿਊਲ ਨੂੰ ਬੋਲਾਂਗੇ ਔਰਦੋ ਨਾਈਟ੍ਰੋਫਿਨੋਲ। ਸੋ ਇਹਦੇ ਵਿੱਚ ਵੇਖੋ ਜੀ ਜਿਹੜਾ N ਹੈ ਤੁਹਾਨੂੰ ਮਨੇ ਦੱਸ ਕੇ ਜਿਹੜਾ N ਹੈ ਉਹ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ, ਜਿਹਦੇ ਉੱਤੇ ਨੈਗੇਟਿਵ ਚਾਰਜ ਹੁੰਦਾ ਵਾ। ਔਰ ਜਿਹੜਾ ਆਕਸੀਜਨ ਹੈ ਉਹ ਵੀ ਕੀ ਹੈ ਜੀ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ। ਇਹਦੇ ਵਿੱਚ ਜੇ ਅਗਰ ਪੁੱਛੀਏ ਕਿ ਸਾਰਿਆਂ ਨੂੰ ਜ਼ਿਆਦਾ ਮੈਕਸਿਮਮ ਇਲੈਕਟ੍ਰੋਨੈਗੇਟਿਵ ਕਿਹੜਾ ਵਾ ਤਾਂ ਆਕਸੀਜਨ ਇਜ਼ ਦਾ ਮੋਸਟ ਇਲੈਕਟ੍ਰੋਨੈਗੇਟਿਵ ਐਜ਼ ਕੰਪੇਅਰ ਟੂ ਨਾਈਟ੍ਰੋਜਨ। ਨਾਈਟ੍ਰੋਜਨ ਜਿਹੜਾ ਵਾ ਥੋੜਾ ਘੱਟ ਇਲੈਕਟ੍ਰੋਨੈਗੇਟਿਵ ਹੈ, ਪਰ ਜਿਹੜਾ ਆਕਸੀਜਨ ਹੈ ਇਟ ਇਜ਼ ਦਾ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਇਨ ਪੀਰੀਓਡਿਕ ਟੇਬਲ। ਜਿਹੜਾ ਆਕਸੀਜਨ ਹੈ ਸਾਡੇ ਪੀਰੀਓਡਿਕ ਟੇਬਲ ਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੁੰਦਾ ਵਾ। ਸੋ ਵੇਖੋ ਜੀ ਜਿਹੜਾ ਨਾਈਟ੍ਰੋਜਨ ਹੈ ਇਹ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਹੈ। ਇਹ ਇਲੈਕਟ੍ਰੋਨ ਡੋਨੇਟ ਕਰਦਾ ਹੈ, ਆਪਦੇ ਇਲੈਕਟ੍ਰੋਨ ਜਿਹੜੇ ਇਹਨੂੰ ਡੋਨੇਟ ਕਰਦਾ। ਮੈਂ ਐਰੋ ਬਣਾਤਾ ਇੱਥੇ। ਇਹ ਜਿਹੜਾ ਨਾਈਟ੍ਰੋਜਨ ਹੈ ਨਾਈਟ੍ਰੋਜਨ ਦੇ ਜਿਹੜੇ ਇਲੈਕਟ੍ਰੋਨ ਆ ਆਕਸੀਜਨ ਦੇ ਕੋਲ ਜਾਣ ਦਾ ਹੈ। ਜਦੋਂ ਇਹਦੇ ਉੱਤੇ ਆਕਸੀਜਨ ਦੇ ਇਲੈਕਟ੍ਰੋਨ ਜਾਣਗੇ ਇਹ ਤੇ ਨੈਗੇਟਿਵ ਚਾਰਜ ਆ ਜਾਊਗਾ। ਜਿਹੜਾ ਇਹ ਵਾਲਾ ਆਕਸੀਜਨ ਹੈ, ਇਹ ਵਾਲਾ ਜਿਹੜਾ ਆਕਸੀਜਨ ਹੈ ਵੇਖੋ ਜੀ ਇਹਦਾ ਜਿਹੜਾ ਨਾਈਟ੍ਰੋਜਨ ਲੱਗਾ ਵਾ, ਜਿਹੜਾ ਸਾਡਾ ਨਾਈਟ੍ਰੋਜਨ ਹੈ ਉਹ ਸਾਡਾ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਹੈ। ਇਲੈਕਟ੍ਰੋਨ ਜਿਹੜੇ ਆਪਦੇ ਕਿਸੇ ਨੂੰ ਦਿੰਦਾ ਵਾ, ਆਪਦੇ ਇਲੈਕਟ੍ਰੋਨ ਕਿਸੇ ਹੋਰ ਨੂੰ ਦਿੰਦਾ ਵਾ। ਸੋ ਜਿਹੜਾ ਨਾਈਟ੍ਰੋਜਨ ਹੈ ਆਪਦੇ ਇਲੈਕਟ੍ਰੋਨ ਕਿਹਨੂੰ ਦੇਣ ਡਿਆ ਜੀ, ਐਰੋ ਬਣਾਇਆ ਵਾ, ਇਹ ਆਪਦੇ ਇਲੈਕਟ੍ਰੋਨ ਆਕਸੀਜਨ ਨੂੰ ਦੇਣ ਡਿਆ ਵਾ। ਔਰ ਜਦੋਂ ਇਹਨੇ ਆਪਦੇ ਇਲੈਕਟ੍ਰੋਨ ਆਕਸੀਜਨ ਨੂੰ ਦਿੱਤੇ, ਆਕਸੀਜਨ ਜਿਹੜਾ ਵਾ ਉੱਤੇ ਬਹੁਤ ਜ਼ਿਆਦਾ ਨੈਗੇਟਿਵ ਚਾਰਜ ਆ ਜਾਂਦਾ। ਕਹਿ ਸਕਦੇ ਮੋਸਟਲੀ ਜਾਂ ਹਾਈਲੀ ਨੈਗੇਟਿਵ ਚਾਰਜ ਆ ਜਾਂਦਾ ਵਾ, ਜਾਂ ਕਹਿ ਸਕਦੇ ਵੈਰੀ ਸਟਰੋਂਗ ਨੈਗੇਟਿਵ ਚਾਰਜ ਆ ਜਾਂਦਾ ਵਾ। ਜਦੋਂ ਇਹਦੇ ਨੈਗੇਟਿਵ ਚਾਰਜ ਆ ਗਿਆ ਔਰ ਜਿਹੜਾ ਹਾਈਡਰੋਜਨ ਹੈ, ਹਾਈਡਰੋਜਨ ਦੇ ਤੁਹਾਨੂੰ ਪਤਾ ਡੈਲਟਾ ਪੋਜ਼ਿਟਿਵ ਚਾਰਜ ਹੁੰਦਾ ਵਾ, ਹਾਈਡਰੋਜਨ ਤੇ ਡੈਲਟਾ ਪੋਜ਼ਿਟਿਵ ਹੁੰਦਾ ਵਾ। ਔਰ ਜਦੋਂ ਨਾਈਟ੍ਰੋਜਨ ਜਿਹੜਾ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਆ ਇਹਨੇ ਆਪਦੇ ਇਲੈਕਟ੍ਰੋਨ ਜਿਹੜੇ ਆ ਆਕਸੀਜਨ ਨਾਲ ਸ਼ੇਅਰ ਕੀਤੇ, ਇੱਥੇ ਡੈਲਟਾ ਨੈਗੇਟਿਵ ਚਾਰਜ ਆ ਜਾਊਗਾ, ਇੱਥੇ ਡੈਲਟਾ ਪੋਜ਼ਿਟਿਵ ਆ ਜਾਊਗਾ। ਔਰ ਤੁਹਾਨੂੰ ਪਤਾ ਜਿਹੜਾ ਪੋਜ਼ਿਟਿਵ ਔਰ ਨੈਗੇਟਿਵ ਅਟਰੈਕਟ ਕਰਦੇ ਆ, ਸੋ ਇਹਨਾਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਹੋ ਜੂਗੀ। ਇਦਾਂ ਕਰਕੇ ਲਾਈਨਸ ਦੇ ਨਾਲ ਆਪਾਂ ਡਰਾ ਕਰ ਦੇਣੀ ਹੈ, ਇਦਾਂ ਕਰਕੇ ਆਪਾਂ ਲਾਈਨਸ ਲਗਾ ਦੇਣੀਆਂ। ਔਰ ਵੇਖੋ ਜੀ ਇਹਦੇ ਵਿੱਚ ਇਹ ਵਾਲੀ ਕੀ ਬਣ ਗਈ ਹਾਈਡਰੋਜਨ ਬੌਂਡਿੰਗ ਬਣ ਗਈ। ਜਿਹੜੀਆਂ ਮੈਂ ਲਾਈਨਸ ਡਾਟ ਨਾਲ ਲਗਾਈਆਂ ਕਿਹੜੀ ਬੌਂਡਿੰਗ ਆ ਹਾਈਡਰੋਜਨ ਬੌਂਡਿੰਗ। ਔਰ ਜਿਹੜੀ ਇਹ ਬੌਂਡਿੰਗ ਹੈ ਇਹ ਕਿਹੜੀ ਬੌਂਡਿੰਗ ਹੈ ਜੀ ਕੋਵੈਲੈਂਟ ਬੌਂਡਿੰਗ। ਮੈਂ ਪਹਿਲਾਂ ਵੀ ਦੱਸ ਚੁੱਕਾ ਤੁਹਾਨੂੰ ਕੋਵੈਲੈਂਟ ਬੌਂਡਿੰਗ ਹੈ। ਔਰ ਵੇਖੋ ਜੀ ਇਹਦੇ ਵਿੱਚ ਇਹ ਔਰਦੋ ਨਾਈਟ੍ਰੋਫਿਨੋਲ ਇਹਦਾ ਨਾਮ ਹੈਗਾ ਵਾ ਔਰਦੋ ਨਾਈਟ੍ਰੋਫਿਨੋਲ ਸਾਰੇ ਮੋਲੀਕਿਊਲ ਦਾ। ਇਹਦੇ ਵਿੱਚ ਦੇਖੋ ਜਿੱਥੇ ਜਿਹੜੀ ਕੋਵੈਲੈਂਟ ਬੌਂਡਿੰਗ ਹੁੰਦੀ ਪਈ ਆ, ਜਿਹੜੀ ਕੋਵੈਲੈਂਟ ਬੌਂਡਿੰਗ ਹੈ ਤੁਹਾਨੂੰ ਪਹਿਲਾਂ ਦੱਸਿਆ ਕਿ ਸਟਰੋਂਗ ਬੌਂਡਿੰਗ ਹੁੰਦੀ ਹੈ, ਪਰ ਜਿਹੜੀ ਹਾਈਡਰੋਜਨ ਬੌਂਡਿੰਗ ਹੈ ਥੋੜੀ ਵੀਕ ਬੌਂਡਿੰਗ ਹੁੰਦੀ ਹੈ, ਜਲਦੀ ਬ੍ਰੇਕ ਹੋ ਜਾਂਦੀ ਹੈ। ਠੀਕ ਹੈ ਜੀ, ਐਜ਼ ਕੰਪੇਅਰ ਟੂ ਕੋਵੈਲੈਂਟ ਬੌਂਡਿੰਗ ਹਾਈਡਰੋਜਨ ਬੌਂਡਿੰਗ ਇਜ਼ ਵੀਕ ਬੌਂਡਿੰਗ, ਐਜ਼ ਕੰਪੇਅਰ ਟੂ ਹਾਈਡਰੋਜਨ ਬੌਂਡਿੰਗ ਕੋਵੈਲੈਂਟ ਬੌਂਡਿੰਗ ਇਜ਼ ਸਟਰੋਂਗ ਬੌਂਡਿੰਗ। ਠੀਕ ਹੈ ਜੀ, ਸੋ ਉਹਦੇ ਵਿੱਚ ਵੇਖੋ ਜੀ ਹਾਈਡਰੋਜਨ ਬੌਂਡਿੰਗ ਬਣ ਗਈ ਹੈ ਔਰ ਇਹਦੇ ਵਿੱਚ ਇੱਕੋ ਹੀ ਮੋਲੀਕਿਊਲ ਹੈ, ਔਰਦੋ ਨਾਈਟ੍ਰੋਫਿਨੋਲ ਦਾ ਇੱਕੋ ਹੀ ਮੋਲੀਕਿਊਲ ਹੈ। ਉਹਦੇ ਵਿੱਚ ਹੀ ਹਾਈਡਰੋਜਨ ਹੈ, ਉਹਦੇ ਵਿੱਚ ਹੀ ਆਕਸੀਜਨ ਹੈ ਔਰ ਦੋਨਾਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਹੋ ਗਈ ਹੈ। ਜਦੋਂ ਵੀ ਜਿਹੜਾ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਨਾਈਟ੍ਰੋਜਨ ਹੈ ਉਹਨੇ ਆਪਦੇ ਇਲੈਕਟ੍ਰੋਨ ਇੱਧਰ ਨੂੰ ਸ਼ੇਅਰ ਕੀਤੇ, ਆਕਸੀਜਨ ਦੇ ਨਾਲ ਸ਼ੇਅਰ ਕੀਤੇ। ਐਰੋ ਜਿਹੜਾ ਇਹੋ ਚੀਜ਼ ਸ਼ੋ ਕਰਦਾ ਪਿਆ ਵਾ, ਜਿਹੜਾ ਨਾਈਟ੍ਰੋਜਨ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਆ ਉਹ ਆਪਦੇ ਇਲੈਕਟ੍ਰੋਨ ਆਕਸੀਜਨ ਦੇ ਨਾਲ ਸ਼ੇਅਰ ਕਰਦਾ ਪਿਆ। ਜਦੋਂ ਉਹਨੇ ਆਪਦੇ ਇਲੈਕਟ੍ਰੋਨ ਆਕਸੀਜਨ ਨੂੰ ਦਿੱਤੇ ਉੱਤੇ ਡੈਲਟਾ ਨੈਗੇਟਿਵ ਚਾਰਜ ਆ ਗਿਆ। ਵੇਖੋ ਜਿਹੜਾ ਇਲੈਕਟ੍ਰੋਨ ਤੇ ਹਮੇਸ਼ਾ ਨੈਗੇਟਿਵ ਚਾਰਜ ਹੁੰਦਾ ਵਾ। ਜਦੋਂ ਨਾਈਟ੍ਰੋਜਨ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਆ ਉਹਨੇ ਆਪਦੇ ਇਲੈਕਟ੍ਰੋਨ ਆਕਸੀਜਨ ਨਾਲ ਸ਼ੇਅਰ ਕੀਤੇ, ਜਿਹੜਾ ਇਲੈਕਟ੍ਰੋਨ ਹੈ ਇਲੈਕਟ੍ਰੋਨ ਤੇ ਕਿਹੜਾ ਚਾਰਜ ਹੁੰਦਾ ਹੈ ਨੈਗੇਟਿਵ ਚਾਰਜ ਹੁੰਦਾ ਵਾ। ਜਦੋਂ ਨਾਈਟ੍ਰੋਜਨ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਨੇ ਆਪਦੇ ਇਲੈਕਟ੍ਰੋਨ ਆਕਸੀਜਨ ਦੇ ਨਾਲ ਸ਼ੇਅਰ ਕੀਤੇ, ਆਕਸੀਜਨ ਤੇ ਕਿਹੜਾ ਚਾਰਜ ਆ ਜਾਊਗਾ ਜੀ
ਨੈਗੇਟਿਵ ਚਾਰਜ ਆ ਜਾਊਗਾ ਔਰ ਹਾਈਡਰੋਜਨ ਦੇ ਪੋਜ਼ਿਟਿਵ ਚਾਰਜ ਹੈ ਔਰ ਡੈਲਟਾ ਪੋਜ਼ਿਟਿਵ ਡੈਲਟਾ ਨੈਗੇਟਿਵ ਕੀ ਕਰਨਗੇ ਜੀ ਪੋਜ਼ਿਟਿਵ ਨੈਗੇਟਿਵ ਕੀ ਕਰਨਗੇ ਅਟਰੈਕਟ ਕਰਨਗੇ ਔਰ ਉਹਨਾਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਬਣਦੀ ਹੈ ਜਿਹੜੀ ਕਿ ਵੀਕ ਬੌਂਡਿੰਗ ਹੁੰਦੀ ਹੈ ਔਰ ਇਹਦੇ ਵਿੱਚ ਕੀ ਹੈ ਜੀ ਸੇਮ ਮੋਲੀਕੂਲ ਦੇ ਵਿੱਚ ਹੀ ਕੀ ਹੁੰਦਾ ਪਿਆ ਵਾ ਹਾਈਡਰੋਜਨ ਔਰ ਆਕਸੀਜਨ ਜਿਹੜੇ ਕੀ ਕਰਦੇ ਪਏ ਹਾਈਡਰੋਜਨ ਬੌਂਡਿੰਗ ਕਰਦੇ ਪਏ ਔਰ ਇਹਦੇ ਨਾਲ ਹੀ ਇਹ ਤੁਹਾਡਾ ਜਿਹੜਾ ਟੌਪਿਕ ਆ ਖਤਮ ਹੁੰਦਾ ਵਾ ਇਹਦੇ ਨਾਲ ਇਹ ਤੁਹਾਡਾ ਜਿਹੜਾ ਚੈਪਟਰ ਵੀ ਖਤਮ ਹੁੰਦਾ ਵਾ ਔਰ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਆਪਣੀ ਕਾਪੀ ਤੇ ਨੋਟ ਕਰ ਲੈਣਾ ਵਾ ਚੰਗੀ ਤਰ੍ਹਾਂ ਕਾਪੀ ਤੇ ਨੋਟ ਕਰਨ ਨਾਲ ਚੰਗੀ ਤਰ੍ਹਾਂ ਸਮਝ ਲੈਣਾ ਵਾ ਔਰ ਇਹਦੇ ਵਿੱਚੋਂ ਕੁਐਸਚਨ ਬਣ ਜਾਂਦੇ ਆ ਜੀ ਔਰ ਵੈਰੀ ਵੈਰੀ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਅੱਗੇ ਲਾਈਫ ਦੇ ਵਿੱਚ ਵੀ ਯੂਜ਼ ਹੋਣਾ ਜਾਗੇ ਜੋ ਤੁਸੀਂ ਹਾਇਰ ਸਟੱਡੀ ਕਰਨੀ ਹੈ ਔਰ ਇਹਦੇ ਨਾਲ ਤੁਹਾਡਾ ਇਹ ਚੈਪਟਰ ਜਿਹੜਾ ਵਾ ਕੈਮੀਕਲ ਬੌਂਡਿੰਗ ਐਂਡ ਮੋਲੀਕੂਲਰ ਸਟਰਕਚਰ ਹੈ ਬਿਲਕੁਲ ਖਤਮ ਹੋ ਗਿਆ ਵਾ ਆਪਣੀਆਂ ਕਾਪੀਜ਼ ਤੇ ਵਧੀਆ ਨੋਟ ਕਰ ਲੈਣਾ ਇਹਨੂੰ ਸਮਝ ਲੈਣਾ ਥੈਂਕ ਯੂ